ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਜੁੜ ਬੈਠੇ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਨੌਵੇਂ ਪਾਤਸ਼ਾਹ ਦਿਆਲੂ ਕਿਰਪਾਲੂ ਸਤਿਗੁਰੂ ਮਿਹਰਬਾਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਵਿੱਤਰ ਪਾਵਨ ਸੱਚਖੰਡ ਦਰਬਾਰ ਅੰਦਰ ਹਾਜ਼ਰੀਆਂ ਭਰ ਕੇ ਸਤਿਗੁਰਾਂ ਦੀ ਤੁਰਕੀ ਅਕਾਲੀ ਬਾਣੀ ਦਾ ਲਾਹਾ ਪ੍ਰਾਪਤ ਕਰ ਰਹੇ। ਪਾਤਸ਼ਾਹ ਕਹਿੰਦੇ ਗੁਰਸਿੱਖ ਦਾ ਜੀਵ ਦਾ ਜਨਮ ਹੀ ਗੁਰਬਾਣੀ ਪੜ੍ਹਨ ਤੇ ਸੁਣਨ ਨੂੰ ਹੋਇਆ। ਇਸ ਮਾਤ ਲੋਕ ਦੀ ਧਰਤੀ ਤੇ ਆਉਣ ਦਾ ਪ੍ਰਯੋਜਨ ਹੀ ਇਹ ਹੈ ਕਿ ਗੁਰਬਾਣੀ ਪੜ੍ਹਨੀ ਤੇ ਗੁਰਬਾਣੀ ਸੁਣਨੀ। ਇਸੇ ਕਰਕੇ ਸਤਿਗੁਰੂ ਜੀ ਨੇ ਸਾਨੂੰ ਸਾਰਿਆਂ ਨੂੰ ਹੁੱਕਾ ਦਿੰਦਿਆਂ ਕਿਹਾ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ। ਸਤਿਗੁਰਾਂ ਦੀ ਦਇਆ ਨਾਲ ਤਰਸ ਨਾਲ ਆਪਾਂ ਸਾਰੇ ਗੁਰੂ ਚਰਨਾਂ 'ਚ ਜੁੜ ਬੈਠੇ ਹਾਂ। ਅੱਜ ਅੰਮ੍ਰਿਤ ਵੇਲੇ ਜੋ ਪਾਵਨ ਪਵਿੱਤਰ ਸ੍ਰੀ ਮੁਖਵਾਕ ਦੀ ਦਾਤ ਸਤਿਗੁਰੂ ਜੀ ਨੇ ਸਾਨੂੰ ਬਖਸ਼ਿਸ਼ ਕੀਤੀ ਹੈ, ਆਓ ਕੁਝ ਸਮੇਂ ਲਈ ਆਪਣੀਆਂ ਸੁਰਤੀਆਂ ਬਿਰਤੀਆਂ ਨੂੰ ਸਤਿਗੁਰਾਂ ਦੇ ਚਰਨਾਂ ਨਾਲ ਜੋੜੀਏ। ਇਕਾਗਰਤਾ ਬਣਾਓ। ਸਮੂਹ ਮਾਈ ਭਾਈ ਆਪਣੀ ਰਸਨਾ ਨੂੰ ਪਵਿੱਤਰ ਕਰੋ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਬਿਹਾਗੜਾ ਮਹੱਲਾ ਪੰਜਵਾਂ। ਰਾਗ ਬਿਹਾਗੜਾ ਹੈ। ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਇਹ ਪਾਵਨ ਪਵਿੱਤਰ ਛੰਤ ਹਨ। ਹਾਂਜੀ। ਕਰ ਕਿਰਪਾ ਗੁਰ ਪਾਰ ਬ੍ਰਹਮ ਪੂਰੇ, ਅਨ ਦਿਨ ਨਾਮ ਵਖਾਣਾ ਰਾਮ। ਹੇ ਗੁਰੂ ਪਾਰ ਬ੍ਰਹਮ ਜੀ, ਗੁਰੂ ਔਰ ਪਾਰ ਬ੍ਰਹਮ ਦੋਨਾਂ ਵਿੱਚ ਕੋਈ ਭੇਦ ਨਹੀਂ। ਗੁਰੂ ਤੇ ਪਰਮੇਸ਼ਰ ਦੋਵੇਂ ਇੱਕ ਰੂਪ ਹਨ। ਭੇਦਵਾਦੀ ਦ੍ਰਿਸ਼ਟੀ ਨਾਲ ਕਿਸੇ ਨੂੰ ਦਿਸਦਾ ਹੋਵੇ ਕਿ ਗੁਰੂ ਵੱਖਰਾ ਹੈ ਤੇ ਪਰਮੇਸ਼ਰ ਵੱਖਰਾ ਹੈ, ਕਿ ਉਹਦਾ ਆਪਣੀ ਦ੍ਰਿਸ਼ਟੀ ਦਾ ਕਸੂਰ ਹੈ। ਕਿਸੇ ਦੀਆਂ ਅੱਖਾਂ 'ਚ ਮੋਤੀਆ ਬਿੰਦ ਆਇਆ ਹੋਵੇ, ਉਸ ਮੋਤੀਏ ਦੇ ਉਤਰਦਿਆਂ ਉਹਨੂੰ ਚੰਨ ਆਕਾਸ਼ ਵਿੱਚ ਦੋ ਦਿਸਦੇ ਹੋਣ ਤਾਂ ਚੰਨ ਦੋ ਨਹੀਂ ਹੋ ਜਾਂਦੇ, ਉਹਦੀਆਂ ਆਪਣੀਆਂ ਅੱਖਾਂ ਦਾ ਦੋਸ਼ ਹੈ। ਜੇ ਕਿਸੇ ਨੂੰ ਗੁਰੂ ਤੇ ਪਰਮੇਸ਼ਰ ਵਿੱਚ ਫਰਕ ਦਿਸਦਾ ਹੈ ਤਾਂ ਉਹਦਾ ਆਪਣਾ ਦੋਸ਼ ਹੈ, ਉਹਦੀਆਂ ਆਪਣੀਆਂ ਅੱਖਾਂ ਦੀ ਕਮੀ ਹੈ, ਉਹਦੇ ਕੋਲ ਵੇਖਣ ਦਾ ਨਜ਼ਰੀਆ ਮਾੜਾ ਹੈ। ਅਸਲੀਅਤ ਇਹ ਹੈ ਕਿ ਗੁਰੂ ਤੇ ਪਰਮੇਸ਼ਰ ਦੋਵੇਂ ਹੀ ਇੱਕ ਨੇ। ਜਨਮ ਸਾਖੀ ਵਿੱਚ ਪਾਤਸ਼ਾਹ ਦੇ ਜ਼ਿਕਰ ਆਉਂਦੇ ਨੇ ਕਿ ਪਾਰ ਬ੍ਰਹਮ ਪਰਮੇਸ਼ਰ ਤੇ ਮੈਂ ਗੁਰੂ ਪਰਮੇਸ਼ਰ। ਪਾਰ ਬ੍ਰਹਮ ਪਰਮੇਸ਼ਰ ਤੇ ਮੈਂ ਗੁਰੂ ਪਰਮੇਸ਼ਰ। ਇੱਥੇ ਫਿਰ ਦੋਵੇਂ ਇੱਕ ਮਿੱਕ ਹੀ ਹੋ ਗਏ ਨਾ।
ਪਰਮੇਸ਼ਰ ਦਾ ਹੀ ਸਵਰੂਪ ਨੇ ਗੁਰੂ। ਗੁਰੂ ਨੇ ਹੀ ਪਰਮੇਸ਼ਰ ਦੀ ਸੋਝੀ ਦੇਣੀ। ਇਸ ਕਰਕੇ ਇੱਥੇ ਗੁਰ ਪਾਰ ਬ੍ਰਹਮ ਸ਼ਬਦ ਦੀ ਵਰਤੋਂ ਕੀਤੀ ਹੈ। ਗੁਰੂ ਜੀ ਤੁਸੀਂ ਪਾਰ ਬ੍ਰਹਮ ਹੋ, ਮੇਰੇ ਤੇ ਕਿਰਪਾ ਕਰੋ। ਹੇ ਗੁਰ ਪਾਰ ਬ੍ਰਹਮ, ਮੇਰੇ ਤੇ ਕਿਰਪਾ ਕਰੋ। ਇਹ ਕਿਰਪਾ ਕਰੋ ਕਿ ਮੈਂ ਰਾਤ ਦਿਨ ਅੱਠੇ ਪਹਿਰ ਤੁਹਾਡੇ ਨਾਮ ਨੂੰ ਵਖਿਆਨ ਕਰਾਂ, ਤੁਹਾਡਾ ਨਾਮ ਜਪਾਂ। ਮੇਰੇ ਤੇ ਕਿਰਪਾ ਕਰੋ। ਜਗਿਆਸੂ ਗੁਰੂ ਦੇ ਚਰਨਾਂ ਵਿੱਚ ਇਹ ਮੰਗ ਮੰਗਦਾ ਹੈ। ਹੇ ਗੁਰੂ ਪਾਰ ਬ੍ਰਹਮ, ਮੇਰੇ ਤੇ ਕਿਰਪਾ ਕਰੋ, ਮੈਂ ਰਾਤ ਦਿਨ ਤੁਹਾਡਾ ਨਾਮ ਜਪਾਂ। ਅੱਠੇ ਪੈਰ ਆਨ ਦਿਨ ਸ਼ਬਦ ਜਦੋਂ ਵਰਤਿਆ, ਇਹਦਾ ਮਤਲਬ ਹੈ ਰਾਤ ਦਿਨ ਅੱਠੇ ਪੈਰ ਨਿਰੰਤਰ ਇੱਕ ਰਸ। ਸਾਹਿਬ ਜੀ ਆਪ ਜੀ ਦੇ ਅੰਮ੍ਰਿਤ ਨਾਮ ਨੂੰ ਵਖਿਆਨ ਕਰਾਂ। ਵਖਾਣਾ ਦਾ ਮਤਲਬ ਹੁੰਦਾ ਵੀ ਜਪਾਂ, ਬੋਲਾਂ, ਉਚਰਾਂ। ਇਹੀ ਮੇਰੇ ਜੀਵਨ ਦਾ ਆਧਾਰ ਬਣਿਆ ਰਹੇ। ਮੇਰੇ ਹਰ ਸਵਾਸ ਵਿੱਚ ਆਪ ਜੀ ਦੇ ਨਾਮ ਦਾ ਮੋਤੀ ਪਰੋਇਆ ਜਾਵੇ। ਸਵਾਸ ਧਾਗਾ ਬਣ ਜਾਣ ਔਰ ਆਪ ਜੀ ਦਾ ਅੰਮ੍ਰਿਤ ਨਾਮ ਮੋਤੀ ਬਣ ਕੇ ਉਹਨਾਂ ਵਿੱਚ ਪਰੋਤਾ ਜਾਏ। ਜਿਵੇਂ ਮਾਲਾ ਵਿੱਚ ਧਾਗਾ ਪਰੋਇਆ ਹੁੰਦਾ, ਏਦਾਂ ਆਪ ਜੀ ਦੇ ਅੰਮ੍ਰਿਤ ਨਾਮ ਵਿੱਚ ਮੇਰੇ ਸਵਾਸਾਂ ਦਾ ਧਾਗਾ ਬਣ ਜਾਏ ਔਰ ਹਰ ਸਾਹ ਨਾਲ ਆਪ ਜੀ ਦਾ ਚਿੰਤਨ ਹੋਵੇ। ਐਸੀ ਕਿਰਪਾ ਹੇ ਗੁਰੂ ਪਾਰ ਬ੍ਰਹਮ ਜੀ ਸਾਡੇ ਤੇ ਕਰੋ। ਅੰਮ੍ਰਿਤ ਬਾਣੀ ਉਚਰਾ ਹਰ ਜਸ, ਮਿੱਠਾ ਲੱਗੈ ਤੇਰਾ ਭਾਣਾ ਰਾਮ। ਇਹ ਵੀ ਕਿਰਪਾ ਕਰੋ ਕਿ ਤੁਹਾਡੀ ਅੰਮ੍ਰਿਤ ਬਾਣੀ ਨੂੰ ਮੈਂ ਆਪਣੀ ਰਸਨਾ ਤੋਂ ਉਚਾਰਾਂ। ਆ ਜੋ ਤੁਹਾਡੀ ਅੰਮ੍ਰਿਤ ਬਾਣੀ, ਅੰਮ੍ਰਿਤ ਬਾਣੀ ਹਰ ਹਰ ਤੇਰੀ। ਇਹ ਜੋ ਧੁਰ ਕੀ ਬਾਣੀ ਹੈ, ਅੰਮ੍ਰਿਤ ਬਾਣੀ ਹੈ, ਇਸ ਬਾਣੀ ਨੂੰ ਮੈਂ ਆਪਣੀ ਰਸਨਾ ਤੋਂ ਉਚਰਾਂ। ਔਰ ਮਹਾਰਾਜ ਇਸ ਬਾਣੀ ਦੁਆਰਾ ਹਰੀ ਜੀ ਤੁਹਾਡਾ ਜਸ ਉਚਰਾਂ। ਉਚਰਾਂ ਹਰ ਜਸ, ਹਰੀ ਜਸ ਵੀ ਉਚਰਾਂ ਤੇ ਗੁਰਬਾਣੀ ਨੂੰ ਵੀ ਆਪਣੀ ਰਸਨਾ ਤੋਂ ਉਚਰਾਂ, ਪੜਾਂ। ਮੇਰੇ ਤੇ ਕਿਰਪਾ ਕਰੋ ਕਿ ਆਪ ਜੀ ਦੀ ਅੰਮ੍ਰਿਤ ਬਾਣੀ ਨੂੰ ਮੈਂ ਪੜ੍ਹਦਾ ਰਹਾਂ, ਉਚਰਦਾ ਰਹਾਂ। ਇਸ ਬਾਣੀ ਦੁਆਰਾ ਆਪ ਜੀ ਦਾ ਜਸ ਗਾਇਨ ਕਰਦਾ ਰਹਾਂ। ਔਰ ਇੱਕ ਤਰਸ ਇਹ ਵੀ ਕਰੋ ਮਹਾਰਾਜ ਕਿ ਮੈਨੂੰ ਤੁਹਾਡਾ ਭਾਣਾ ਮਿੱਠਾ ਲੱਗੇ। ਜੋ ਤੁਹਾਨੂੰ ਭਾਉਂਦਾ ਉਹ ਮੈਨੂੰ ਚੰਗਾ ਲੱਗੇ। ਮੈਂ ਕੇਵਲ ਜ਼ੁਬਾਨ ਤੋਂ ਕੇਵਲ ਇਹ ਪੜਨ ਮਾਤਰ ਦੀ ਬਿਰਤੀ ਨਾ ਰੱਖਾਂ। ਮੇਰੇ ਅੰਦਰ ਵੀ ਇਹ ਭਾਵਨਾ ਬਣੇ ਕਿ ਜੋ ਤੁਧ ਭਾਵੈ ਸਾਈ ਭਲੀ ਕਾਰ। ਮੇਰੇ ਅੰਦਰ ਵੀ ਇਹ ਬਿਰਤੀ ਬਣੇ। ਹੇ ਗਰੀਬ ਨਵਾਜ, ਹੇ ਦਇਆਨੰਦ ਸੁਆਮੀ ਜੀ, ਮੈਨੂੰ ਆਪ ਜੀ ਦਾ ਭਾਣਾ ਮਿੱਠਾ ਲੱਗੇ। ਤੁਹਾਡੀ ਰਜ਼ਾ ਵਿੱਚ ਰਾਜੀ ਰਹਾ। ਤੁਹਾਡੇ ਹੁਕਮ ਦੀ ਸੱਤਾ ਵਿੱਚ ਆਪਣੇ ਆਪ ਨੂੰ ਰਾਜੀ ਰੱਖਾਂ। ਇਹ ਦਾਤ ਤੁਸੀਂ ਕਿਰਪਾ ਕਰਕੇ ਮੈਨੂੰ ਬਖਸ਼ੋ। ਕਰ ਦਇਆ ਮਇਆ ਗੋਪਾਲ ਗੋਬਿੰਦ, ਕੋਏ ਨਾਹੀ ਤੁਝ ਬਿਨਾ। ਹੇ ਗੋਪਾਲ, ਹੇ ਗੋਬਿੰਦ, ਮੇਰੇ ਤੇ ਦਇਆ ਕਰੋ, ਮਾਇਆ ਤਰਸ ਕਰੋ, ਕਿਉਂਕਿ ਤੁਹਾਡੇ ਬਿਨਾ ਹੋਰ ਕੋਈ ਦੂਜਾ ਨਹੀਂ ਸਾਡਾ। ਮਹਾਰਾਜ ਤੁਹਾਡੇ ਬਿਨਾ ਸਾਡਾ ਕੋਈ ਦੂਜਾ ਨਹੀਂ। ਕੋਏ ਨਾਹੀ ਤੁਝ ਬਿਨਾ। ਮਹਾਰਾਜ ਤੁਹਾਡੇ ਬਿਨਾ ਕੌਣ ਹੈ ਸਾਡਾ? ਤੁਸੀਂ ਸਾਡੇ ਤੇ ਤਰਸ ਕਰੋ ਮਹਾਰਾਜ, ਤੁਸੀਂ ਸਾਡੇ ਤੇ ਰਹਿਮਤ ਕਰੋ। ਸਮਰੱਥ ਅਗਾਥ ਅਪਾਰ ਪੂਰਨ, ਜੀਓ ਤਨ ਧਨ ਤੁਮ ਮਨਾ। ਮਹਾਰਾਜ ਜੀ ਤੁਸੀਂ ਸਮਰੱਥ ਹੋ। हे ਸਤਿਗੁਰੂ ਜੀ ਤੁਸੀਂ ਸਮਰੱਥ ਹੋ, ਅਗਾਥ। ਜਿਸ ਦੀ ਗਾਥਾ ਨੂੰ ਕਥਨ ਨਾ ਕੀਤਾ ਜਾ ਸਕੇ ਉਹਨੂੰ ਕਹਿੰਦੇ ਨੇ ਅਗਾਥ। ਅਪਾਰ ਹੋ, ਪਾਰਾਵਾਰ ਤੋਂ ਰਹਿਤ ਹੋ, ਪਰਿਪੂਰਨ ਹੋ ਸਰਬ ਥਾਈ। ਮਹਾਰਾਜ ਸਾਡਾ ਇਹ ਜੀੜਾ,
ਸਾਡਾ ਇਹ ਤਨ ਧਨ ਇਹ ਸਭ ਕੁਝ ਤੁਹਾਡਾ ਹੈ। ਜਿਸ ਨੂੰ ਕਹਿੰਦੇ ਨਾ ਮਨ ਤਨ ਤੇ ਧਨ, ਮਹਾਰਾਜ ਇਹ ਤੁਹਾਡਾ ਹੈ। ਇੱਥੇ ਜਿਹੜਾ ਜੀਓ ਸ਼ਬਦ ਕਿਹਾ ਇਹ ਮਨ ਪ੍ਰਥਾਏ ਕਿਹਾ। ਮਹਾਰਾਜ ਇਹ ਮਨ ਵੀ ਤੁਹਾਡਾ ਹੈ, ਇਹ ਤਨ ਵੀ ਤੁਹਾਡਾ ਹੈ, ਔਰ ਇਸ ਤਨ ਨਾਲ ਕਮਾਇਆ ਹੋਇਆ ਧਨ ਵੀ ਤੁਹਾਡਾ ਹੈ। ਮਹਾਰਾਜ ਤੁਹਾਡੇ ਬਿਨਾਂ ਸਾਡਾ ਕੋਈ ਨਹੀਂ। ਤੁਸੀਂ ਸਮਰੱਥ ਹੋ, ਅਗੱਥ ਹੋ, ਅਪਾਰ ਹੋ, ਪਰਿਪੂਰਨ ਹੋ। ਮੂਰਖ ਮੁਗਧ ਅਨਾਥ ਚੰਚਲ ਬਲਹੀਨ ਨੀਚ ਅਜਾਣਾ। ਮਹਾਰਾਜ ਮੈਂ ਰੱਜ ਕੇ ਵੱਡਾ ਮਹਾਮੂਰਖ ਹਾਂ, ਮੁਗਧ ਹਾਂ, ਕੁਝ ਵੀ ਨਹੀਂ ਸਮਝ ਆਉਂਦੀ। ਮੁਗਧ ਉਸ ਨੂੰ ਵੀ ਕਹਿੰਦੇ ਜਿਹੜਾ ਮੁਖ ਦੁਆਰਾ ਗੰਦ ਭਖਦਾ ਰਹਿੰਦਾ, ਉਹਨੂੰ ਮੁਗਧ ਕਹਿੰਦੇ। ਮੂਰਖ ਨੂੰ ਵੀ ਮੁਗਧ ਕਹਿੰਦੇ। ਜਿਹੜਾ ਮੁਖ ਦੁਆਰਾ ਗੰਦ ਭਖੀ ਜਾਵੇ, ਨਿੰਦਾ ਕਰੀ ਜਾਵੇ, ਉਹ ਵੀ ਮੁਗਧ ਹੈ। ਮੁਖ ਦੁਆਰਾ ਭੈੜੀਆਂ ਭੈੜੀਆਂ ਵਸਤੂਆਂ ਜਿਹਦੇ ਬਾਰੇ ਗੁਰਮਤਿ ਦੀ ਮਨਾਹੀ ਹੈ, ਉਹਦਾ ਵੀ ਖਾਈ ਜਾਵੇ, ਉਹਨੂੰ ਵੀ ਭਖੀ ਜਾਵੇ, ਉਹਨੂੰ ਵੀ ਮੁਗਧ ਕਹਿੰਦੇ ਆ। ਮਹਾਰਾਜ ਮੈਂ ਆਪਣੇ ਇਸ ਮੂੰਹ ਰਾਹੀਂ ਲੋਕਾਂ ਦੀ ਨਿੰਦਾ ਖਾਨਾ, ਚੁਗਲੀ ਖਾਨਾ, ਮੁਗਧੀਆਂ। ਇਹ ਵੀ ਤਾਂ ਗੰਦ ਹੀ ਹੈ ਨਾ। ਮਹਾਰਾਜ ਮੈਂ ਜਿੱਥੇ ਮੂਰਖ ਹਾਂ ਉੱਥੇ ਮੁਗਧ ਵੀ ਹਾਂ। ਫਿਰ ਅਨਾਥ ਹਾਂ, ਮੇਰਾ ਕੋਈ ਬਾਲੀ ਵਾਰਸ ਨਹੀਂ ਤੁਹਾਡੇ ਬਿਨਾਂ, ਅਨਾਥ। ਔਰ ਮੈਂ ਇਹ ਜਾਣਦਾ ਹਾਂ ਜਿਸ ਦਾ ਕੋਈ ਨਹੀਂ ਉਹਦੇ ਤੁਸੀਂ ਹੋ। ਜਿਹੜਾ ਅਨਾਥ ਬਣ ਕੇ ਤੁਹਾਡੀ ਸ਼ਰਨ ਆਉਂਦਾ ਹੈ, ਜਿਸ ਕਾ ਨਾਹੀ ਕੋਏ ਹਾਂ ਤਿਸ ਕਾ ਪ੍ਰਭੂ ਸੋਏ ਹਾਂ। ਜਿਸ ਦਾ ਕੋਈ ਨਹੀਂ ਮਹਾਰਾਜ ਉਹਦੇ ਤੁਸੀਂ ਹੋ। ਮਹਾਰਾਜ ਮੈਂ ਆਪ ਜੀ ਦੀ ਸ਼ਰਨ ਵਿੱਚ ਪਨਾਹ ਵਿੱਚ ਹਾਂ, ਅਨਾਥ ਹਾਂ, ਚੰਚਲ, ਰੱਜ ਕੇ ਚੰਚਲ ਹੈ। ਚੰਚਲਤਾਈ ਦੀ ਬਿਰਤੀ ਹੈ ਹਿਰਦੇ 'ਚ। ਮਨ ਹਮੇਸ਼ਾ ਚੰਚਲ ਰਹਿੰਦਾ, ਇੱਕ ਜਗ੍ਹਾ ਤੇ ਟਿਕਦਾ ਨਹੀਂ ਹੈ। ਜਿੱਥੇ ਅਨਾਥ ਹਾਂ, ਮੂਰਖ ਹਾਂ, ਮੁਗਧ ਹਾਂ, ਚੰਚਲ ਹਾਂ, ਉੱਥੇ ਹੈ ਵਾਹਿਗੁਰੂ ਮੈਂ ਬਲ ਤੋਂ ਹੀਣਾ ਵੀ ਹਾਂ, ਮੇਰੇ 'ਚ ਕੋਈ ਬਲ ਨਹੀਂ ਹੈ। ਕਾਹਦਾ ਬਲ? ਇੱਕ ਮਿੱਟੀ ਦੇ ਪੁਤਲੇ ਵਿੱਚ ਕਾਹਦਾ ਬਲ ਹੋ ਸਕਦਾ? ਕਾਠ ਦੀ ਇੱਕ ਪੁਤਲੀ 'ਚ ਕੀ ਬਲ ਹੈ? ਮਹਾਰਾਜ ਮੇਰੇ 'ਚ ਕੋਈ ਬਲ ਨਹੀਂ, ਮੈਂ ਨਿਰਬਲ ਵੀ ਹਾਂ, ਨੀਚ ਵੀ ਹਾਂ। ਨੀਚ ਸਭ ਤੋਂ ਨੀਵਾਂ। ਮੇਰੇ ਤੋਂ ਸਾਰੇ ਭਲੇ ਨੇ, ਮੇਰੇ ਤੋਂ ਸਾਰੇ ਚੰਗੇ ਨੇ, ਸਾਰੇ ਸਰਬੋਤਮ ਨੇ, ਸਭ ਉੱਚੇ ਨੇ, ਮੈਂ ਨੀਚ ਵੀ ਹਾਂ। ਔਰ ਫਿਰ ਅਣਜਾਣ ਵੀ ਹਾਂ, ਅਜਾਣਾ, ਅਣਜਾਣ ਵੀ ਹਾਂ। ਮੈਂ ਕੁਝ ਨਹੀਂ ਜਾਣਦਾ, ਮੈਨੂੰ ਕੋਈ ਪਤਾ ਹੀ ਨਹੀਂ, ਜਾਣਕਾਰੀ ਨਹੀਂ ਹੈ। ਏਦਾਂ ਜਦੋਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਬੇਨਤੀ ਕਰਾਂਗੇ, ਬਿਨਵੰਤ ਨਾਨਕ ਸ਼ਰਨ ਤੇਰੀ ਰਖ ਲਿਓ ਆਵਣ ਜਾਣਾ। ਇਹ ਜਗਤ ਗੁਰੂ ਪਾਤਸ਼ਾਹ ਜੀ ਮੈਂ ਤੁਹਾਡੀ ਸ਼ਰਨ ਵਿੱਚ ਹਾਂ, ਤੁਹਾਡੀ ਪਨਾਹ ਵਿੱਚ ਹਾਂ। ਇਹ ਮੇਰੇ ਸੁਆਮੀ ਮੈਨੂੰ ਆਵਾ ਗਾਉਣ ਤੋਂ ਰੱਖ ਲੋ, ਰੱਖ ਲੋ ਮਹਾਰਾਜ, ਕਿ ਮੈਂ ਜਨਮ ਮਰਨ ਤੋਂ ਰਹਿਤ ਹੋ ਜਾਵਾਂ, ਆਵਾ ਗਾਉਣ ਤੋਂ ਰਹਿਤ ਹੋ ਜਾਵਾਂ। ਮੈਂ ਬਲਹੀਣ, ਮੂਰਖ, ਮੁਗਧ, ਅਨਾਥ, ਚੰਚਲ ਤੁਹਾਡੀ ਸ਼ਰਨ ਵਿੱਚ ਹਾਂ। ਰੱਖ ਲੈ ਹੋ ਆਵਣ ਜਾਣਾ। ਮਹਾਰਾਜ ਮੈਨੂੰ ਆਵਾ ਗਾਉਣ ਤੋਂ ਰੱਖ ਲੋ, ਬਚਾ ਲੋ। ਤੁਸੀਂ ਰੱਖ ਸਕਦੇ, ਗੁਰੂ ਬਿਨਾਂ ਨਹੀਂ ਕੋਈ ਰੱਖ ਸਕਦਾ। ਇਹ ਜਨਮ ਮਰਨ ਦੇ ਚੱਕਰਾਂ ਤੋਂ ਗੁਰੂ ਕੱਟ ਸਕਦਾ, ਮੁਕਤ ਕਰ ਸਕਦਾ ਹੈ। ਮਹਾਰਾਜ ਰੱਖ ਲਿਓ, ਆਪਣੀ ਸ਼ਰਨ ਵਿੱਚ ਰੱਖ ਲੋ। ਰੱਖ ਲਿਓ ਆਵਣ ਜਾਣਾ, 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 ਰੱਖ ਲਿਓ ਆਵਣ ਜਾਣਾ।
ਮੁੜ ਮੁੜ ਜੰਮਣਾ ਤੇ ਮਰਨਾ ਬੜਾ ਵੱਡਾ ਦੁੱਖ ਹੈ। ਮਹਾਂਪੁਰਸ਼ ਦੱਸਦੇ ਐ, ਨਾਨਕ ਪ੍ਰਕਾਸ਼ ਵਿੱਚ ਇਹ ਕਥਾ ਆਉਂਦੀ। ਜਗਤ ਗੁਰੂ ਗੁਰੂ ਨਾਨਕ ਸਾਹਿਬ ਦੱਸਦੇ ਜਨਮ ਦਾ ਦੁੱਖ ਕਿਤਨਾ ਭਿਆਨਕ ਹੈ। ਮਰਨ ਪਰਯੰਤ ਕਹਿੰਦੇ ਇਸ ਜੀਵ ਨੂੰ ਇਹਦੇ ਕੀਤੇ ਕਰਮਾਂ ਮੁਤਾਬਕ ਨਰਕ ਸਵਰਗ ਦੇ ਵਿੱਚ ਭਰਮਣ ਕਰਨਾ ਪੈਂਦਾ। ਜਦੋਂ ਪਰਾਲਬਧ ਬਣਦੀ ਹੈ ਤਾਂ ਫਿਰ ਚੰਦਰਮਾ ਦੀਆਂ ਕਿਰਨਾਂ ਰਾਹੀਂ ਇਹ ਧਰਤੀ ਤੇ ਆਉਂਦਾ। ਚੰਦਰਮਾ ਦੀਆਂ ਕਿਰਨਾਂ ਰਾਹੀਂ ਕਿਵੇਂ ਆਉਂਦਾ? ਕਿਉਂਕਿ ਚੰਦਰਮਾ ਦੀਆਂ ਕਿਰਨਾਂ ਜਿਹੜੀਆਂ ਨੇ ਉਹ ਬਨਸਪਤੀ ਵਿੱਚ ਪੈਂਦੀਆਂ ਨੇ, ਅੰਨ ਵਿੱਚ ਪੈਂਦੀਆਂ ਤਾਂ ਅੰਨ ਉਗਦਾ ਹੈ। ਇਹ ਚੰਦਰਮਾ ਦੀਆਂ ਕਿਰਨਾਂ ਧਰਤੀ ਤੇ ਨਾ ਹੋਣ ਤੇ ਬਨਸਪਤੀ ਨਹੀਂ ਹੋ ਸਕਦੀ। ਇਹ ਜਿੰਨੀ ਬਨਸਪਤੀ ਵਿੱਚ ਰਸ ਹੈ ਨਾ, ਇਹ ਚੰਦਰਮਾ ਕਰਕੇ ਹੈ। ਜਿਵੇਂ ਸੂਰਜ ਦੀ ਲੋੜ ਹੁੰਦੀ ਹੈ ਨਾ ਬਨਸਪਤੀ ਨੂੰ, ਧੁੱਪ ਦੀ ਲੋੜ ਹੁੰਦੀ ਹੈ ਸੂਰਜ ਦੀ, ਏਦਾਂ ਚੰਦਰਮਾ ਦੀ ਵੀ ਜ਼ਰੂਰਤ ਹੈ। ਐਸਾ ਕਿਹਾ ਜਾਂਦਾ ਕੁਝ ਮਹਾਤਮਾਵਾਂ ਵੱਲੋਂ ਕਿ ਚੰਦਰਮਾ ਦੀਆਂ ਰਿਸਮਾਂ ਰਾਹੀਂ ਇਹ ਜੀਵ ਅੰਨ ਵਿੱਚ ਆਉਂਦਾ। ਉਹ ਅੰਨ ਖੇਤਾਂ ਵਿੱਚ ਖੜਾ ਸੁੱਕਦਾ ਹੈ, ਫਲੇ ਪਾ ਕੇ ਉਹਨੂੰ ਗਾਹਿਆ ਜਾਂਦਾ। ਜਦੋਂ ਆਉਂਦਾ ਫਿਰ ਉਹਨੂੰ ਚੱਕੀ ਥੱਲੇ ਦਰੜਿਆ ਜਾਂਦਾ ਹੈ ਤਾਂ ਉਹ ਜੀਵ ਹੀ ਹੈ ਨਾ, ਉਹੀ ਜਿਹੜਾ ਉਸ ਅੰਨ ਵਿੱਚ ਆਇਆ ਹੋਇਆ। ਚੱਕੀ ਵਿੱਚ ਪਾ ਕੇ ਦਰੜਿਆ ਜਾਂਦਾ, ਫਿਰ ਪਾਣੀ ਪਾ ਕੇ ਇਹਨੂੰ ਗੁੰਨਿਆ ਜਾਂਦਾ, ਅੱਗ ਤੇ ਫਿਰ ਸਾੜ ਕੇ ਰੋਟੀਆਂ ਬਣਾਈਆਂ ਜਾਂਦੀਆਂ ਉਹੀ ਜੀਵ ਦੀਆਂ। ਜੇਤੇ ਦਾਣੇ ਅੰਨ ਕੇ ਜੀਆਂ ਬਾਝ ਨਾ ਕੋਏ, ਹੈ ਤਾਂ ਇਹਦੇ ਵਿੱਚ ਵੀ ਜੀਵ। ਫਿਰ ਦੰਦਾਂ ਥੱਲੇ ਨੂੰ ਰੱਜ ਕੇ ਚਿੱਥਿਆ, ਚਿੱਥ ਕੇ ਸਰੀਰ ਵਿੱਚ ਜਾ ਕੇ ਦਾ ਰਸ ਬਣਿਆ ਉਸੇ ਜੀਵ ਦਾ। ਉਸੇ ਰਸ ਤੋਂ ਅੱਗੇ ਰੁਦਰ ਬਣਿਆ, ਰੁਦਰ ਤੋਂ ਅੱਗੇ ਮੱਝਾ ਬਣਿਆ, ਚਰਬੀ ਬਣੀ, ਸਰੀਰ ਦੀਆਂ 7 ਧਾਤਾਂ ਬਣੀਆਂ। ਔਰ ਉਸ ਪਿਤਾ ਦੇ ਸਰੀਰ ਵਿੱਚੋਂ ਉਸ ਜੀਵ ਦਾ ਪ੍ਰਵੇਸ਼ ਮਾਤਾ ਦੇ ਫਿਰ ਉਦਰ ਵਿੱਚ ਹੋਇਆ। ਉੱਥੇ ਗੰਦਗੀ ਵਿੱਚ, ਜਠਰ ਅਗਨੀ ਦੇ ਵਿੱਚ ਇਹਦਾ ਸਰੀਰ ਨਿੰਮਿਆ ਬਣਿਆ। 9 ਮਹੀਨੇ ਗੰਦਗੀ ਦੀ ਪੂੰ ਇਹਦੇ ਮੂੰਹ ਦੁਆਲਾ ਇਹਦੇ ਮੁਖ ਦੇ ਕੋਲੋਂ ਦੀ ਗੁਜ਼ਰਦੀ ਰਹੀ। ਜਨਮ ਹੋਇਆ, ਉਸ ਜਨਮ ਦੀ ਪੀੜਾ ਦੇ ਵਿੱਚੋਂ ਗੁਜ਼ਰਿਆ। ਮੰਜੇ ਤੇ ਪਿਆ ਹੋਇਆ, ਸਰੀਰ ਦੀ ਕਿਰਿਆ ਮਲ ਮੂਤਰ ਦੇ ਉੱਤੇ ਕਿਆ ਵਿੱਚ ਹੀ ਪਿਆ ਹੋਇਆ, ਬੜਾ ਅਸਹਾਏ ਜਿਹਾ ਮਹਿਸੂਸ ਕਰਦਾ ਆਪਣੇ ਆਪ ਨੂੰ। ਉਸ ਜੀਵ ਦੇ ਅੰਦਰ ਦੀ ਇੱਕ ਬਾਲਕ ਦੀ ਦਸ਼ਾ। ਥੋੜਾ ਜਿਹਾ ਵੱਡਾ ਹੁੰਦਾ, ਕੁਝ ਇਹੋ ਜਿਹਾ ਕੰਮ ਕਰਦਾ, ਘੂਰੀਆਂ ਖਾਂਦਾ, ਝਿੜਕਾਂ ਖਾਂਦਾ, ਕੁਝ ਚਾਹੀਦਾ ਮਾਂ ਪਿਓ ਦੇ ਹੱਥਾਂ ਵੱਲ ਤੱਕਦਾ, ਵੇਖਦਾ, ਕਿੰਨਾ ਅਸਹਾਏ ਹੁੰਦਾ ਹੈ। ਜਵਾਨ ਹੁੰਦਾ ਤੇ ਅਨੇਕਾਂ ਪ੍ਰਕਾਰ ਦੀਆਂ ਪਰੇਸ਼ਾਨੀਆਂ ਘੇਰ ਲੈਂਦੀਆਂ, ਅਨੇਕਾਂ ਪ੍ਰਕਾਰ ਦੀਆਂ ਚਿੰਤਾਵਾਂ ਘੇਰ ਲੈਂਦੀਆਂ ਨੇ। ਬੁੱਢਾ ਹੁੰਦਾ, ਬਾਲਕਾਂ ਦੀਆਂ, ਆਪਣੇ ਬੱਚਿਆਂ ਦੀਆਂ ਫਿਕਰਾਂ ਘੇਰ ਲੈਂਦੀਆਂ। ਆਖਰਕਾਰ ਸਾਰੀ ਜ਼ਿੰਦਗੀ ਫਿਰ ਉਸ ਦੁੱਖ ਦੇ ਵਿੱਚ ਬੀਤ ਜਾਂਦੀ, ਮਰ ਜਾਂਦਾ, ਮੁੱਕ ਜਾਂਦਾ, ਅੱਗੇ ਜਨਮ ਫਿਰ ਚੱਲ ਪੈਂਦਾ। ਇਹ ਜਨਮ ਤੇ ਮਰਨ ਦੀ ਪੀੜਾ, ਆਵਾ ਤੇ ਗਾਉਣ ਦਾ ਦੁੱਖ ਬੜਾ ਵੱਡਾ ਭਿਆਨਕ ਦੁੱਖ ਹੈ। ਇਹ ਸਤਿਗੁਰੂ, ਸਾਡੀ ਤੁਹਾਡੇ ਚਰਨਾਂ ਵਿੱਚ ਬੇਨਤੀ ਹੈ, ਰਜੋਈ ਹੈ, ਕਿਰਪਾ ਕਰੋ ਮਹਾਰਾਜ, ਇਸ ਆਵਾ ਗਾਉਣ ਤੋਂ ਸਾਨੂੰ ਰੱਖ ਲਓ। ਰੱਖ ਲਿਓ ਆਵਣ ਜਾਣਾ, 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 ਰੱਖ ਜਾਣਾ, ਲਿਓ ਆਵਣ ਜਾਣਾ,
ਰਖ ਲਿਓ ਆਵਣ ਜਾਣਾ। ਮਹਾਰਾਜ ਸਾਨੂੰ ਆਵਾਗਾਉਣ ਤੋਂ ਰੱਖ ਲਿਓ, ਕਿਰਪਾ ਕਰੋ ਸਾਡਾ ਜਨਮ ਮਰਨ ਕੱਟ ਦਿਓ। ਸਾਧੈ ਸ਼ਰਨੀ ਪਾਈਐ ਹਰ ਜੀਓ, ਗੁਣ ਗਾਵੇਂ ਹਰ ਨੀਤਾ ਰਾਮ। ਮਹਾਰਾਜ ਸਾਨੂੰ ਸਾਧੂਆਂ ਦੀ, ਮਹਾਂਪੁਰਸ਼ਾਂ ਦੀ ਸੰਗਤ ਵਿੱਚ ਪਾਓ, ਕਿ ਸਾਧੂਆਂ ਦੀ ਸੰਗਤ ਵਿੱਚ ਪੈ ਕੇ ਅਸੀਂ ਨਿਤ ਤੁਹਾਡੇ ਗੁਣ ਗਾਈਏ। ਨਿਤ ਇਹ ਤਰਸ ਕਰੋ ਕਿ ਸਾਧੂਆਂ ਦੀ ਸ਼ਰਨ ਵਿੱਚ ਪੈ ਕੇ ਮਹਾਰਾਜ ਨਿਤ ਤੁਹਾਡੇ ਗੁਣ ਗਾਈਏ। ਨਿਤ ਗੁਣ ਗਾਵਾਂ ਨਿਤ ਨਿਤ ਸਦ ਹਰਿ ਕੇ, ਮਨ ਜੀਵੈ ਨਾਮ ਸੁਣ ਤੇਰਾ। ਮਹਾਰਾਜ ਨੇਤੀ ਗੁਣ ਗਾਈਏ ਤੁਹਾਡੇ, ਨੇਤੀ ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ ਰਾਤ ਦਿਨ। ਕਿਉਂਕਿ ਜਿਵੇਂ ਜਿਵੇਂ ਵਾਹਿਗੁਰੂ ਦੇ ਗੁਣ ਗਾਈਏ ਨਾ, ਤਿਵੇਂ ਤਿਵੇਂ ਅੰਤਸ਼ਕਰਨ ਸ਼ੁੱਧ ਹੁੰਦਾ, ਮਨ ਨਿਰਮਲ ਹੁੰਦਾ, ਪਵਿੱਤਰ ਹੁੰਦਾ। ਮਹਾਰਾਜ ਤਰਸ ਕਰੋ ਕਿ ਰਾਤ ਦਿਨ ਤੁਹਾਡੇ ਗੁਣਾਂ ਨੂੰ ਗਾਇਨ ਕਰੀਏ। ਧੂਰ ਭਗਤਨ ਕੀ ਮਨ ਤਨ ਲੱਗੋ, ਹਰ ਜੀਓ ਸਭ ਪਤਿਤ ਪੁਨੀਤਾ ਰਾਮ। ਏ ਹਰ ਜੀ, ਭਗਤਾਂ ਦੇ ਚਰਨਾਂ ਦੀ ਧੂੜ ਮੇਰੇ ਮਨ ਤੇ ਤਨ ਨੂੰ ਲੱਗੇ। ਜਿਹੜੇ ਤੁਹਾਡੇ ਭਗਤ ਨੇ, ਧੂਰ ਭਗਤਨ ਕੀ ਮਨ ਤਨ ਲੱਗੋ ਹਰ ਜੀਓ। ਇਹ ਹਰ ਜੀ, ਆਪ ਜੀ ਜਿਹੜੇ ਮਹਾਂਪੁਰਸ਼ ਭਗਤ ਨੇ, ਉਹਨਾਂ ਦੇ ਚਰਨਾਂ ਦੀ ਧੂੜ ਮੇਰੇ ਮਨ ਤੇ ਤਨ ਨੂੰ ਲੱਗੇ। ਤੇ ਜਿਨ੍ਹਾਂ ਦੇ ਮਨ ਤਨ ਨੂੰ ਧੂੜੀ ਲੱਗਦੀ ਹੈ ਰੱਬ ਦੇ ਪਿਆਰਿਆਂ ਦੀ, ਉਹ ਪਤਤਾਂ ਤੋਂ, ਪਾਪੀਆਂ ਤੋਂ ਪੁਨੀਤ ਹੋ ਜਾਂਦੇ ਨੇ, ਪਵਿੱਤਰ ਹੋ ਜਾਂਦੇ ਹਨ। ਪਤਤਾ ਪੁਨੀਤਾ ਹੂੰ ਹੈ ਤਿਨ ਸੰਗ, ਜਿਨ ਵਿਧਾਤਾ ਪਾਇਆ। ਜਿਨ੍ਹਾਂ ਨੇ ਉਸ ਰੱਬ ਦੀ ਪ੍ਰਾਪਤੀ ਕੀਤੀ ਆ, ਉਹਨਾਂ ਦੀ ਸੰਗਤ ਕਰਨ ਵਾਲੇ ਪਤਤ ਵੀ ਪੁਨੀਤ ਹੋ ਜਾਂਦੇ ਨੇ। ਜਿਨ੍ਹਾਂ ਨੇ ਵਿਧਾਤੇ ਨੂੰ ਪਾ ਲਿਆ, ਉਹਨਾਂ ਦੀ ਸੰਗਤ ਕਰਨੇ ਵਾਲੇ ਪਤਤ ਵੀ ਪੁਨੀਤ ਹੋ ਜਾਂਦੇ ਨੇ, ਪਵਿੱਤਰ ਹੋ ਜਾਂਦੇ ਹਨ। ਨਾਮ ਰਾਤੇ ਜੀਏ ਦਾਤੇ, ਨਿਤ ਦੇਹ ਚੜ੍ਹੈ ਸਵਾਇਆ। ਜਿਹੜੇ ਉਸ ਵਾਹਿਗੁਰੂ ਦੇ ਨਾਮ ਦੇ ਰੰਗ ਵਿੱਚ ਰੱਤੇ ਹੋਏ ਨੇ, ਉਹਨਾਂ ਨੇ ਜਾਣ ਲਿਆ ਕਿ ਸੰਸਾਰ ਦੇ ਸਮਸਤ ਜੀਵਾਂ ਨੂੰ ਦਾਤਾਂ ਦੇਣ ਵਾਲਾ ਉਹ ਦਾਤਾ ਹੈ। ਨਿਤ ਦੇਹ, ਉਹ ਨਿਤ ਦਿੰਦਾ ਹੈ ਦਾਨ। ਚੜ੍ਹੈ ਸਵਾਇਆ, ਉਹਦਾ ਰੰਗ ਨਿਤਾ ਪ੍ਰਤੀ ਦਿਨ ਹੋਰ ਚੜ੍ਹਦਾ ਚਲਿਆ ਜਾਂਦਾ ਹੈ। ਰਿੱਧ ਸਿੱਧ ਨਵ ਨਿਧ ਹਰ ਜਪ, ਜਿਨੀ ਆਤਮ ਜੀਤਾ। ਜਿਨ੍ਹਾਂ ਨੇ ਆਪਣਾ ਮਨ ਜਿੱਤ ਲਿਆ, ਉਹਨਾਂ ਨੂੰ ਰਿੱਧੀਆਂ ਸਿੱਧੀਆਂ 18 ਸਿੱਧੀਆਂ ਸਾਰੀਆਂ ਹਾਸਲ ਹੋ ਜਾਂਦੀਆਂ, ਪ੍ਰਾਪਤ ਹੋ ਜਾਂਦੀਆਂ। ਹਰੀ ਦੇ ਜਾਪ ਨੂੰ ਜਪ ਕੇ ਜਿਨ੍ਹਾਂ ਮਨ ਜਿੱਤਿਆ, ਉਹਨਾਂ ਨੂੰ ਸਾਰੀਆਂ ਰਿੱਧੀਆਂ ਸਿੱਧੀਆਂ 9 ਨਿਧੀਆਂ ਪ੍ਰਾਪਤ ਹੋ ਗਈਆਂ। ਬਿਨਵੰਤ ਨਾਨਕ ਵਡ ਭਾਗ ਪਾਈਐ, ਸਾਧ ਸਾਜਨ ਮੀਤਾ। ਧੰਨ ਗੁਰੂ ਅਰਜਨ ਦੇਵ ਸਾਹਿਬ ਫਰਮਾਉਂਦੇ ਹਨ ਕਿ ਵੱਡਿਆਂ ਭਾਗਾਂ ਕਰਕੇ ਸਾਧੂ ਜਨਾਂ ਦੀ ਸੰਗਤ ਪ੍ਰਾਪਤ ਹੁੰਦੀ ਹੈ। ਸਾਧੂ ਜਨਾਂ ਦਾ ਸੰਗ ਵੱਡਿਆਂ ਭਾਗਾਂ ਕਰਕੇ ਪ੍ਰਾਪਤ ਹੁੰਦਾ ਹੈ। ਜਿਨੀ ਸੱਚ ਵਣਜਿਆ ਹਰ ਜੀਓ, ਸੇ ਪੂਰੇ ਸ਼ਾਹ ਰਾਮ। ਜਿਨ੍ਹਾਂ ਨੇ ਸੱਚ ਨੂੰ ਵਣਜਿਆ, ਸੱਚ ਨੂੰ ਵਿਹਾਜਿਆ, ਹੇ ਹਰ ਜੀ, ਉਹੀ ਅਸਲ ਵਿੱਚ ਪੂਰੇ ਸ਼ਾਹੂਕਾਰ ਹਨ। ਜਿਨ੍ਹਾਂ ਦੇ ਪੱਲੇ ਸੱਚ ਹੈ ਨਾ, ਪਰਮੇਸ਼ਰ ਦਾ ਸੱਚਾ ਨਾਮ ਹੈ, ਉਹੀ ਅਸਲ ਵਿੱਚ ਇਸ ਮਾਤ ਲੋਕ ਦੀ ਧਰਤੀ ਤੇ ਪੂਰਨ ਸ਼ਾਹੂਕਾਰ, ਰਾਜੇ ਤੇ ਬਾਦਸ਼ਾਹ ਹਨ। ਬਹੁਤ ਖਜ਼ਾਨਾ ਤਿੰਨ ਪਹਿ ਹਰ ਜੀਓ, ਹਰ ਕੀਰਤਨ ਲਾਹਾ ਰਾਮ। ਇਹ ਹਰ ਜੀ, ਉਹਨਾਂ ਦੇ ਕੋਲ ਬੜਾ ਖਜ਼ਾਨਾ ਹੈ। ਕਿਹੜਾ? ਹਰੀ ਦੇ ਕੀਰਤਨ ਦੇ ਲਾਹੇ ਦਾ ਖਜ਼ਾਨਾ। ਉਹ ਹਰ ਵੇਲੇ 8 ਪੈਰ ਹਰੀ ਦੇ ਕੀਰਤਨ ਦਾ ਲਾਹਾ ਲੈਂਦੇ ਹਨ। ਡਾਕਟਰ ਭਾਈ ਵੀਰ ਸਿੰਘ ਜੀ ਨੂੰ ਅਮਰੀਕਾ ਦੇ ਇੱਕ ਸਿੱਖ ਡਾਕਟਰ ਨੇ ਚਿੱਠੀ ਲਿਖ ਕੇ ਭੇਜੀ। ਆਖਿਆ, ਭਾਈ ਵੀਰ ਸਿੰਘ ਜੀ, ਕਹਿੰਦੇ ਹੋ ਨਾਮ ਜਪੋ, ਨਾਮ ਜਪੋ,
ਨਾਮ ਜਪਣ ਦੀ ਹੁਕਮ ਗੁਰਬਾਣੀ ਵਿੱਚ ਬਾਰ-ਬਾਰ ਹੈ, ਪਰ ਸਾਡੇ ਕੋਲ ਟਾਈਮ ਨਹੀਂ ਹੁੰਦਾ, ਇੰਨੇ ਰੁਝੇਵੇਂ ਨੇ ਜ਼ਿੰਦਗੀ ਦੇ। ਸਾਰਾ ਦਿਨ ਅਸੀਂ ਨਾਮ ਕਿਹੜੇ ਟਾਈਮ ਜਪੀਏ, ਕਦੋਂ ਜਪੀਏ? ਕੰਮਕਾਰ ਬੜੇ ਹਨ, ਕੰਮਾਂ-ਕਾਰਾਂ ਵਿੱਚ ਵਿਅਸਤ ਹਾਂ, ਕਦੋਂ ਜਪੀਏ? ਟਾਈਮ ਹੀ ਨਹੀਂ ਲੱਗਦਾ, ਸਮਾਂ ਹੀ ਨਹੀਂ ਲੱਗਦਾ। ਭਾਈ ਵੀਰ ਸਿੰਘ ਜੀ ਨੇ ਜਵਾਬ ਦਿੱਤਾ, ਆਖਿਆ ਡਾਕਟਰ ਸਾਹਿਬ, ਤੁਸੀਂ ਆਪਣੇ ਕਿਸੇ ਮਰੀਜ਼ ਨੂੰ ਵੇਖਣ ਲਈ ਜਾਂਦੇ ਹੋ ਘਰ ਤੋਂ ਜਾਣ ਵੇਲੇ ਉਸ ਮਰੀਜ਼ ਦੇ ਘਰ ਤੱਕ ਜਾਣ ਲਈ ਅੱਧਾ ਘੰਟਾ ਵੀ ਲੱਗਦਾ ਹੋਣਾ, ਘੰਟਾ ਵੀ ਲੱਗਦਾ ਹੋਣਾ, ਤੇ ਜਦੋਂ ਕਾਰ ਵਿੱਚ ਜਾ ਰਹੇ ਹੋ, ਕਿਸੇ ਸਾਧਨ ਤੇ ਜਾ ਰਹੇ ਹੋ, ਜਾਂਦਿਆਂ ਜਾਂਦਿਆਂ ਉਹ ਅੱਧਾ ਘੰਟਾ 35 ਮਿੰਟ 40 ਮਿੰਟ ਪਰਮੇਸ਼ਰ ਦਾ ਭਜਨ ਕਰ ਸਕਦੇ। ਮਰੀਜ਼ ਨੂੰ ਵੇਖ ਕੇ ਵਾਪਸ ਆ ਰਹੇ ਹੋ, ਅੱਧਾ ਘੰਟਾ ਫਿਰ ਵੀ ਹੈ, ਫਿਰ ਵੀ ਭਜਨ ਕਰ ਸਕਦੇ। ਇਹ ਤਾਂ ਉਸ ਕੰਜੂਸ ਬੰਦੇ ਤੋਂ ਜਾਣੋ ਜਿਹੜਾ ਵੇਖਦਾ ਵੀ ਕਿਹੜੇ ਕਿਹੜੇ ਸਕਿੰਟ ਤੇ ਮਿੰਟ ਵਿੱਚ ਮੈਨੂੰ ਪੈਸੇ ਮਿਲਦੇ ਨੇ, ਬਣਦੇ ਨੇ। ਜਦੋਂ ਬਣਦੇ ਹੋਣ ਉਹ ਬਣਾਉਂਦਾ ਚਲਿਆ ਜਾਂਦਾ, ਉਹ ਇਹ ਨਹੀਂ ਵੇਖਦਾ ਮੈਨੂੰ ਟਾਈਮ ਚਾਹੀਦਾ। ਪਰਮੇਸ਼ਰ ਦੀ ਬੰਦਗੀ ਵੀ ਕੰਜੂਸ ਹੋ ਕੇ ਕੀਤੀ ਜਾਂਦੀ ਹੈ, ਵੀ ਕੰਜੂਸ ਬਣ ਕੇ, ਵੀ ਜਿੰਨਾ ਵੀ 1 ਮਿੰਟ ਵੀ ਵਿਹਲਾ ਮਿਲਦਾ ਓਨਾ ਹੀ ਭਜਨ ਕਰ ਲਓ, 2 ਮਿੰਟ ਮਿਲਦੇ ਆ ਭਜਨ ਕਰ ਲਓ। ਉਹ 2-2 4-4 ਮਿੰਟ 5-5 ਮਿੰਟ ਵੀ ਜੇ ਭਜਨ ਕਰਦੇ ਚਲੇ ਜਾਵਾਂਗੇ ਤੇ ਬੜਾ ਖਜ਼ਾਨਾ ਇਕੱਠਾ ਹੋ ਜਾਂਦਾ। ਕਿਵੇਂ ਕਹਿੰਦੇ ਆ ਟਾਈਮ ਨਹੀਂ ਹੈ? ਟਾਈਮ ਤਾਂ ਮਿਲ ਹੀ ਜਾਏਗਾ, 2 ਮਿੰਟ ਹੀ ਮਿਲ ਜਾਣਗੇ, 5 ਮਿੰਟ ਹੀ ਮਿਲ ਜਾਣਗੇ। ਉਹ 5-5 ਮਿੰਟ ਵੀ ਜੇ ਵਿੱਚ ਮਿਲਦੇ ਰਹਿਣ ਸਾਰੇ ਦਿਨ ਵਿੱਚ, ਘੰਟੇ 2 ਘੰਟੇ ਬਾਅਦ, ਤੇ ਸਾਰੇ ਦਿਨ ਦੇ ਵਿੱਚ ਕਿੰਨਾ ਸਮਾਂ ਬਣ ਜਾਏਗਾ। ਫਿਰ ਅੰਮ੍ਰਿਤ ਵੇਲੇ ਘੰਟੇ 2 ਘੰਟੇ ਉਦੋਂ ਲਾ ਲਓ। ਤੋ ਰੱਬ ਦੇ ਪਿਆਰਿਆਂ ਕੋਲ ਇਹ ਖਜ਼ਾਨਾ, ਉਹ ਇਹਨੂੰ ਇਕੱਠਾ ਕਰਦੇ ਆ। ਹਰ ਵੇਲੇ ਕੀਰਤਨ ਦਾ ਲਾਹਾ ਲੈਂਦੇ ਆ, ਵਾਹਿਗੁਰੂ ਦੇ ਭਜਨ ਦਾ ਲਾਹਾ ਲੈਂਦੇ ਹਨ। ਕਾਮ ਕ੍ਰੋਧ ਨਾ ਲੋਭ ਵਿਆਪੈ, ਜੋ ਜਨ ਪ੍ਰਭ ਸਿਉ ਰਾਤਿਆ। ਜਿਹੜੇ ਜਨ ਉਸ ਵਾਹਿਗੁਰੂ ਦੇ ਪ੍ਰੇਮ ਦੇ ਰੰਗ ਵਿੱਚ ਰੰਗੇ ਹੋਏ ਨੇ, ਉਹਨਾਂ ਨੂੰ ਕਾਮ ਕ੍ਰੋਧ ਲੋਭ ਨਹੀਂ ਵਿਆਪਦਾ। ਕਾਮ ਕ੍ਰੋਧ ਆਦਿਕ ਜਿਹੜੇ ਲੋਭ ਆਦਿਕ ਵਿਕਾਰ ਨੇ, ਉਹਨਾਂ ਨੂੰ ਨਹੀਂ ਵਿਆਪਦੇ। ਏਕ ਜਨ ਏਕ ਮਨ ਰਾਮ ਕੈ ਰੰਗ ਮਾਤਿਆ। ਇੱਕ ਨੂੰ ਜਾਣਦੇ ਨੇ, ਇੱਕ ਨੂੰ ਹੀ ਮੰਨਦੇ ਨੇ, ਕੇਵਲ ਰਾਮ ਦੇ ਰੰਗ ਵਿੱਚ ਹੀ ਮਸਤ ਰਹਿੰਦੇ ਹਨ। ਲਗ ਸੰਤ ਚਰਣੀ ਪੜੇ ਸ਼ਰਣੀ, ਮਨ ਤਿਨਾ ਉਮਾਹਾ। ਉਹ ਪਰਮੇਸ਼ਰ ਦੇ ਪਿਆਰਿਆਂ ਦੀ ਸ਼ਰਨ 'ਚ ਰਹਿੰਦੇ, ਜਾਂ ਰੱਬ ਦੀ ਸ਼ਰਨ 'ਚ ਰਹਿੰਦੇ, ਉਹਦੇ ਚਰਨੀ ਲੱਗ ਕੇ ਰਹਿੰਦੇ, ਔਰ ਉਹਨਾਂ ਦੇ ਮਨ ਤੇ ਤਨ ਵਿੱਚ ਹਰ ਵੇਲੇ ਵਾਹਿਗੁਰੂ ਨੂੰ ਜਪਣ ਦਾ ਉਤਸ਼ਾਹ ਹੈ। ਬਿਨਵੰਤ ਨਾਨਕ ਜਿਨ ਨਾਮ ਪੱਲੇ, ਸਈ ਸੱਚੇ ਸ਼ਾਹ। ਧੰਨ ਗੁਰੂ ਅਰਜਨ ਦੇਵ ਸਾਹਿਬ ਫਰਮਾਉਂਦੇ ਕਿ ਜਿਨ੍ਹਾਂ ਦੇ ਪੱਲੇ ਪਰਮੇਸ਼ਰ ਦੇ ਸੱਚੇ ਨਾਮ ਦਾ ਖਜ਼ਾਨਾ ਹੈ, ਉਹੀ ਅਸਲ ਵਿੱਚ ਸੱਚੇ ਸ਼ਾਹੂਕਾਰ ਹਨ, ਉਹੀ ਸੱਚੇ ਸ਼ਾਹ ਹਨ, ਜਿਨ੍ਹਾਂ ਦੇ ਪੱਲੇ ਵਾਹਿਗੁਰੂ ਪਰਮੇਸ਼ਰ ਦੇ ਅੰਮ੍ਰਿਤ ਨਾਮ ਦਾ ਖਜ਼ਾਨਾ ਹੈ। ਨਾਨਕ ਸੋਈ ਸਿਮਰਿਐ ਹਰ ਜੀਓ, ਜਾਂ ਕੀ ਕਲ ਧਾਰੀ ਰਾਮ। ਮਹਾਰਾਜ ਜੀ ਕਹਿੰਦੇ ਉਹਨੂੰ ਸਿਮਰਿਏ ਜਿਸ ਦੀ ਕਲਾ ਸਾਰੇ ਜਗਤ ਦੇ ਵਿੱਚ ਵਰਤ ਰਹੀ ਹੈ, ਜਿਸ ਦੀ ਸ਼ਕਤੀ ਨਾਲ ਸਾਰਾ ਜਗਤ ਟਿਕਿਆ ਹੋਇਆ, ਉਸ ਦਾ ਸਿਮਰਨ ਕਰੀਏ। ਪੰਜਵੇਂ ਪਾਤਸ਼ਾਹ ਕਹਿੰਦੇ ਉਹਨੂੰ ਆਰਾਧੀਏ ਜਿਸ ਦੀ ਕਲਾ ਕਰਕੇ ਸੰਸਾਰ ਦੇ ਸਮਸਤ ਜੀਵ ਸੰਸਾਰ ਦੇ ਵਿੱਚ ਜੀਵਤ ਹਨ। ਗੁਰਮੁਖ ਮਨੋ ਨਾ ਵਿਸਰੈ ਹਰ ਜੀਓ, ਕਰਤਾ ਪੁਰਖ ਮੁਰਾਰੀ ਰਾਮ। ਜਿਹੜੇ ਗੁਰਮੁਖ ਨੇ ਉਹਨਾਂ ਦੇ ਮਨੋਂ ਨਹੀਂ ਵਿਸਰਦਾ ਉਹ ਕਰਤਾ ਪੁਰਖ ਪਰਮੇਸ਼ਰ। ਉਹ ਹਰ ਵੇਲੇ ਆਪਣੀ ਸੁਰਤ ਵਿੱਚ ਉਸ ਕਰਤਾ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਚੇਤੇ ਰੱਖਦੇ ਹਨ। ਦੁਖ ਰੋਗ ਨਾ ਭੋ ਵਿਆਪੈ,
ਜਿਨੀ ਹਰ ਹਰ ਧਿਆਇਆ। ਜਿਨ੍ਹਾਂ ਨੇ ਹਰੀ ਪਰਮੇਸ਼ਰ ਨੂੰ ਧਿਆਇਆ ਹੈ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਦੁੱਖ ਰੋਗ ਤੇ ਡਰ ਨਹੀਂ ਵਿਆਪਦੇ। ਸੰਤ ਪ੍ਰਸਾਦ ਤਰੇ ਭਵਜਲ ਪੂਰਬ ਲਿਖਿਆ ਪਾਇਆ। ਸੰਤ ਜਨਾਂ ਦੀ ਕਿਰਪਾ ਨਾਲ ਇਸ ਭਵਜਲ ਤੋਂ ਸੰਸਾਰ ਸਮੁੰਦਰ ਤੋਂ ਤਰ ਗਏ ਨੇ। ਉਹਨਾਂ ਨੂੰ ਉਹਾ ਕੁਝ ਮਿਲਿਆ ਜੋ ਪੂਰਬਲੇ ਜਨਮ ਦੇ ਲਿਖੇ ਹੋਏ ਲੇਖਾਂ ਮੁਤਾਬਕ ਪਰਾਲਬਧ ਬਣੀ। ਵੱਜੀ ਵਧਾਈ ਮਨ ਸ਼ਾਂਤ ਆਈ ਮਿਲਿਆ ਪੁਰਖ ਅਪਾਰੀ। ਜਿਨ੍ਹਾਂ ਨੂੰ ਅਪਾਰ ਪੁਰਖ ਵਾਹਿਗੁਰੂ ਪਰਮੇਸ਼ਰ ਪ੍ਰਾਪਤ ਹੋਇਆ ਫਿਰ ਉਹਨਾਂ ਦੇ ਅੰਦਰ ਵਧਾਈਆਂ ਵੱਜੀਆਂ, ਉਹਨਾਂ ਦਾ ਮਨ ਸ਼ਾਂਤ ਹੋ ਗਿਆ। ਬਿਨਵੰਤ ਨਾਨਕ ਸਿਮਰ ਹਰ ਹਰ ਇਚ ਪੁੰਨੀ ਹਮਾਰੀ। ਧੰਨ ਗੁਰੂ ਅਰਜਨ ਦੇਵ ਸਾਹਿਬ ਫਰਮਾਉਂਦੇ ਹਰੀ ਨੂੰ ਸਿਮਰ ਸਿਮਰ ਕੇ ਵਾਹਿਗੁਰੂ 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 ਸਿਮਰ ਸਿਮਰ ਕੇ ਮਹਾਰਾਜ ਜੀ ਕਹਿੰਦੇ ਸਾਡੀਆਂ ਸਾਰੀਆਂ ਇੱਛਾਵਾਂ ਪੂਰਨ ਹੋ ਗਈਆਂ। ਹਿਰਦੇ ਦੀ ਕੋਈ ਇੱਛਾ ਅਧੂਰੀ ਨਹੀਂ ਰਹੀ ਜਿਸ ਨੂੰ ਪੂਰਿਆਂ ਕਰਨ ਵਾਸਤੇ ਮੁੜ ਮਾਤ ਲੋਕ ਦੀ ਧਰਤੀ ਤੇ ਆਉਣਾ ਪਵੇ। ਸਰਬ ਇੱਛਾਵਾਂ ਸਾਹਿਬ ਦੇ ਅੰਮ੍ਰਿਤ ਨਾਮ ਨਾਲ ਪੂਰਨ ਹੋ ਗਈਆਂ।